Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਗੌੜੀ ਮਹਿਲਾ ਪੰਜਵਾਂ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਓ। ਹੇ ਪ੍ਰਮਾਤਮਾ, ਹੇ ਪ੍ਰਭੂ ਪਿਤਾ, ਤੂੰ ਹੱਥ ਦੇ ਕੇ ਮੈਨੂੰ ਰੱਖ ਲੈ, ਤੂੰ ਮੈਨੂੰ ਬਚਾ ਲੈ। ਇਹ ਅਰਜ਼ ਗੁਰੂ ਜੀ ਉਸ ਪ੍ਰਮਾਤਮਾ ਦੇ ਅੱਗੇ ਕਰਦੇ ਪਏ ਨੇ ਤੇ ਨਾਲ ਹੀ ਇਹ ਵੀ ਕਹਿ ਰਹੇ ਨੇ ਕਿ ਮੋਹਿ ਨਿਰਗੁਣ, ਮੈਂ ਨਿਰਗੁਣ ਹਾਂ, ਮੇਰੇ ਵਿੱਚ ਕੋਈ ਵੀ ਗੁਣ ਨਹੀਂ, ਸਭ ਗੁਣ ਤੇਰੇ, ਸਾਰੇ ਗੁਣ ਤੇਰੇ ਕੋਲ ਨੇ। ਜਿਸ ਇਨਸਾਨ ਨੂੰ ਤੂੰ ਜਿਹੜਾ ਗੁਣ ਚਾਹੁੰਦਾ ਹੈ ਉਹ ਬਖਸ਼ ਦਿੰਦਾ ਹੈ। ਮੇਰੇ ਵਿੱਚ ਜੇਕਰ ਕੋਈ ਗੁਣ ਹੈ ਤਾਂ ਉਹ ਮੇਰਾ ਆਪਣਾ ਨਹੀਂ ਹੈ, ਤੇਰੇ ਵੱਲੋਂ ਬਖਸ਼ਿਆ ਹੋਇਆ ਹੈ। ਜਦ ਤੇਰੀ ਮਰਜ਼ੀ ਹੋਏਗੀ ਤੂੰ ਮੇਰੇ ਤੋਂ ਉਹ ਗੁਣ ਖੋਹ ਲਵੇਂਗਾ। ਇਸ ਭਾਵ ਨੂੰ ਸਮਝਣ ਦੀ ਲੋੜ ਹੈ। ਜਦੋਂ ਅਸੀਂ ਇਹ ਸੋਚਣ ਲੱਗ ਪੈਂਦੇ ਹਾਂ ਕਿ ਮੇਰੇ ਵਿੱਚ ਇਹ ਗੁਣ ਹੈ ਤਾਂ ਉਸ ਵਕਤ ਅਸੀਂ ਆਪਣੀ ਹਉਮੈ ਨੂੰ ਬਲ ਦੇ ਰਹੇ ਹੁੰਦੇ ਹਾਂ। ਤੇ ਜੇਕਰ ਅਸੀਂ ਇਹ ਸੋਚੀਏ ਕਿ ਇਹ ਗੁਣ ਸਾਨੂੰ ਪ੍ਰਮਾਤਮਾ ਨੇ ਬਖਸ਼ੇ ਹੋਏ ਨੇ, ਇਹ ਗੁਣ ਉਸ ਪ੍ਰਮਾਤਮਾ ਦੇ ਹੀ ਦਿੱਤੇ ਹੋਏ ਨੇ, ਜਦ ਤੱਕ ਉਹਦੀ ਮਰਜ਼ੀ ਹੈ ਉਦੋਂ ਤੱਕ ਇਹ ਗੁਣ ਸਾਡੇ ਵਿੱਚ ਹਨ, ਤੇ ਜਦ ਉਹਦੀ ਮਰਜ਼ੀ ਨਾ ਹੋਈ ਉਹਨੇ ਸਾਡੇ ਤੋਂ ਖੋਹ ਲੈਣੇ ਨੇ। ਸਾਡੀ ਮਲਕੀਅਤ ਨਹੀਂ ਹੈ ਇਹਨਾਂ ਗੁਣਾਂ ਤੇ, ਅਸੀਂ ਨਿਰਗੁਣ ਹੀ ਹਾਂ। ਇਸ ਭਾਵਨਾ ਦੇ ਨਾਲ ਜਦੋਂ ਅਸੀਂ ਆਪਣੇ ਗੁਣਾਂ ਨੂੰ ਵੇਖਦੇ ਹਾਂ ਤਾਂ ਅਸੀਂ ਕਦੇ ਹੰਕਾਰ ਨਹੀਂ ਕਰਦੇ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਹੇ ਰੱਖਿਆ ਕਰਨ ਦੇ ਸਮਰੱਥ ਪ੍ਰਮਾਤਮਾ, ਜੀਵਾਂ ਨੂੰ ਰੱਖਣ ਵਾਲੇ, ਜੀਵਾਂ ਦੀ ਸੁਰੱਖਿਆ ਕਰਨ ਵਾਲੇ ਪ੍ਰਮਾਤਮਾ, ਮੇਰੀ ਇੱਕ ਬੇਨਤੀ ਸੁਣ ਕਿ ਮੈਂ ਇਕੱਲਾ ਗਰੀਬ ਹਾਂ, ਇਕੱਲੀ ਜਾਨ ਹਾਂ, ਤੇ ਮੈਨੂੰ ਪੰਜ ਵਿਕਾਰ ਚੁੰਬੜੇ ਹੋਏ ਨੇ, ਪੰਜ ਵੈਰੀ ਮੇਰੇ ਪਿੱਛੇ ਲੱਗੇ ਹੋਏ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਪੰਜੋਂ ਹੀ ਵਿਕਾਰ ਵੈਰੀਆਂ ਦੀ ਤਰ੍ਹਾਂ ਮੇਰੇ ਨਾਲ ਚੁੰਬੜੇ ਹੋਏ ਨੇ, ਮੇਰੇ ਪਿੱਛੇ ਪਏ ਨੇ, ਮੇਰੀ ਆਤਮਿਕ ਸ਼ਾਂਤੀ ਨੂੰ ਖੋਹਣ ਦੇ ਉੱਤੇ ਲੱਗੇ ਹੋਏ ਨੇ, ਖੋਹ ਰਹੇ ਨੇ ਉਹਨੂੰ, ਮੈਨੂੰ ਸ਼ਾਂਤ ਨਹੀਂ ਹੋਣ ਦੇ ਰਹੇ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਖੇਦ ਕਰੇ ਔਰ ਬਹੁਤ ਸੰਤਾਵੈ, ਆਇਓ ਸਰਣ ਤੁਹਾਰੇ। ਇਹ ਜੋ ਪੰਜ ਵਿਕਾਰ ਨੇ ਇਹ ਮੇਰੇ ਵੈਰੀ ਬਣ ਕੇ ਮੈਨੂੰ ਬੜਾ ਦੁੱਖ ਦਿੰਦੇ ਨੇ। ਖੇਦ ਕਰੇ ਭਾਵ ਕਿ ਦੁਖੀ ਕਰਦੇ ਨੇ, ਮੈਨੂੰ ਬਹੁਤ ਸਤਾਉਂਦੇ ਨੇ। ਇਹਨਾਂ ਤੋਂ ਪਿੱਛਾ ਛਡਾਉਣ ਦੀ ਖਾਤਰ ਮੈਂ ਤੇਰੀ ਸਰਣ ਦੇ ਵਿੱਚ ਆਇਆ ਹਾਂ। ਕਰ ਕਰ ਹਾਰਿਓ ਅਨਕ ਬਹੁ ਭਾਤੀ, ਛੋਡੇ ਕਤਹੂ ਨਾਹੀ। ਬੜੇ ਯਤਨ ਕੀਤੇ ਨੇ, ਬੜੀਆਂ ਤਰਕੀਬਾਂ ਲਾਈਆਂ ਨੇ, ਇਹ ਯਤਨ ਕਰ ਕਰ ਕੇ ਮੈਂ ਹਾਰ ਗਿਆ ਹਾਂ। ਇਹ ਮੈਨੂੰ ਛੱਡਣ ਨੂੰ ਤਿਆਰ ਹੀ ਨਹੀਂ, ਮੇਰਾ ਪਿੱਛਾ ਛੱਡ ਹੀ ਨਹੀਂ ਰਹੇ। ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਿਟ ਜਾਹੀ। ਤੇ ਫਿਰ ਕਿਤੋਂ ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਕਿ ਜਦ ਅਸੀਂ ਸਾਧ ਸੰਗਤ ਦੇ ਵਿੱਚ ਜੁੜਦੇ ਹਾਂ ਤਾਂ ਅਸੀਂ ਇਹਨਾਂ ਵਿਕਾਰਾਂ ਤੋਂ ਪਿੱਛਾ ਛੁਡਾਉਣ ਦੇ ਸਮਰੱਥ ਹੋ ਜਾਂਦੇ ਹਾਂ। ਇਹ ਗੱਲ ਸੁਣ ਕੇ, ਏਕ ਬਾਤ ਸੁਣ ਤਾਕੀ ਓਟਾ, ਮੈਂ ਤੇਰੀ ਓਟ ਲਈ ਹੈ, ਤੇਰਾ ਆਸਰਾ ਲਿਆ ਹੈ। ਕਰ ਕਿਰਪਾ ਸੰਤ ਮਿਲੇ ਮੋਹੇ, ਤਿਨ ਤੇ ਧੀਰਜ ਪਾਇਆ। ਮੈਨੂੰ ਇਹ ਗੱਲ ਪਤਾ ਲੱਗੀ ਕਿ ਤੇਰੀ ਸ਼ਰਨ ਦੇ ਵਿੱਚ ਪਿਆ, ਤੇਰੀ ਸਾਧ ਸੰਗਤ ਦੇ ਵਿੱਚ ਜੁੜਿਆ ਇਹਨਾਂ ਤੋਂ ਪਿੱਛਾ ਛੁਡਾਇਆ ਜਾ ਸਕਦਾ ਹੈ। ਉਸ ਗੱਲ ਨੂੰ ਮੈਂ ਸੁਣ ਕੇ ਉੱਥੇ ਛੱਡ ਨਹੀਂ ਦਿੱਤਾ, ਉਹਦੇ ਤੇ ਅਮਲ ਕੀਤਾ, ਸਾਧ ਸੰਗਤ ਦੇ ਵਿੱਚ ਜਾ ਕੇ ਜੁੜਿਆ। ਤੇਰੀ ਕਿਰਪਾ ਹੋਈ, ਮੈਨੂੰ ਸੰਤ ਜਨ ਮਿਲੇ ਤੇ ਉਹਨਾਂ ਨੂੰ ਮਿਲ ਕੇ ਮੈਂ ਧੀਰਜ ਪਾਇਆ, ਮੈਨੂੰ ਹੌਸਲਾ ਆਇਆ, ਹੌਸਲਾ ਮਿਲਿਆ ਕਿ ਮੈਂ ਇਹਨਾਂ ਦਾ ਟਾਕਰਾ ਕਰ ਸਕਾਂ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਉਹਨਾਂ ਸੰਤਾਂ ਨੇ ਮੈਨੂੰ ਅਜਿਹਾ ਮੰਤਰ ਦਿੱਤਾ ਕਿ ਉਸ ਮੰਤਰ ਦੀ ਬਖਸ਼ਿਸ਼ ਦੇ ਨਾਲ ਮੈਂ ਨਿਰਭਉ ਹੋ ਗਿਆ, ਨਿਡਰ ਹੋ ਗਿਆ। ਮੈਂ ਗੁਰੂ ਦੇ ਸ਼ਬਦਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਜੀਤ ਲਏ ਓਏ ਮਹਾਂ ਬਿਖਾਦੀ, ਸਹਿਜ ਸੁਹੇਲੀ ਬਾਣੀ। ਕਹੋ ਨਾਨਕ ਮਨ ਭਇਆ ਪ੍ਰਗਾਸਾ,
ਪਾਇਆ ਪਦ ਨਿਰਬਾਣੀ। ਸਹਿਜ ਸੁਹੇਲੀ ਭਾਵ ਕਿ ਆਤਮਕ ਅਡੋਲਤਾ ਅਤੇ ਸੁੱਖ ਦੇਣ ਵਾਲੀ, ਕਿ ਆਤਮਕ ਅਡੋਲਤਾ ਅਤੇ ਸੁੱਖ ਬਖਸ਼ਣ ਵਾਲੀ ਗੁਰੂ ਦੀ ਬਾਣੀ ਦੀ ਬਰਕਤ ਦੇ ਨਾਲ ਮੈਂ ਉਹ ਪੰਜੇ ਵੈਰੀ ਜਿੱਤ ਲਏ ਤੇ ਅਜਿਹਾ ਕਰਕੇ ਮੇਰੇ ਮਨ ਦੇ ਵਿੱਚ ਆਤਮਕ ਚਾਨਣ ਹੋ ਗਿਆ। ਮੈਂ ਇੱਕ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਿਆ, ਅਜਿਹਾ ਦਰਜਾ ਜਿੱਥੇ ਕਿ ਇਹ ਵਾਸ਼ਨਾਵਾਂ ਮੈਨੂੰ ਪੋ ਨਹੀਂ ਸਕਦੀਆਂ। ਹੁਣ ਇਹ ਵਾਸ਼ਨਾਵਾਂ ਮੈਨੂੰ ਤੰਗ ਨਹੀਂ ਕਰਦੀਆਂ। ਗੁਰੂ ਦੀ ਬਾਣੀ ਨੂੰ ਸਿਰਫ ਸੁਣ ਲੈਣ ਨਾਲ ਇਹ ਚੀਜ਼ ਹਾਸਲ ਨਹੀਂ ਹੋਣੀ, ਉਹਨੂੰ ਸੁਣ ਕੇ ਸਮਝਣਾ ਪੈਣਾ। ਜਦ ਅਸੀਂ ਗੁਰੂ ਘਰ ਵੀ ਜਾਂਦੇ ਹਾਂ, ਸਾਧ ਸੰਗਤ ਦੇ ਵਿੱਚ ਜੁੜਦੇ ਹਾਂ, ਗੁਰੂ ਘਰ ਜਾਣ ਦਾ ਸਾਡਾ ਮਕਸਦ ਇਹੀ ਹੁੰਦਾ ਹੈ ਕਿ ਉੱਥੇ ਸਾਰੇ ਜਣੇ ਰਲ ਕੇ ਅਸੀਂ ਉਸ ਗੁਰੂ ਦੀ ਉਸਤਤ ਕਰਦੇ ਹਾਂ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ, ਉਹਦੀ ਸਾਧ ਸੰਗਤ ਦੇ ਵਿੱਚ ਜੁੜਦੇ ਹਾਂ। ਤੇ ਉੱਥੇ ਜੁੜ ਕੇ ਜੇਕਰ ਅਸੀਂ ਦੁਨਿਆਵੀ ਗੱਲਾਂ ਹੀ ਕਰੀ ਜਾਣੀਆਂ ਨੇ, ਜਾਂ ਫਿਰ ਅਸੀਂ ਚੁੱਪ ਕਰਕੇ ਬੈਠੇ ਹਾਂ, ਪਾਠੀ ਸਿੰਘ ਪਾਠ ਕਰ ਰਿਹਾ ਹੈ, ਅਸੀਂ ਸਿਰਫ ਉਤਲੇ ਮਨੋਂ ਉਹਨੂੰ ਸੁਣ ਰਹੇ ਹਾਂ, ਡੂੰਘਾਈ ਦੇ ਵਿੱਚ ਸ਼ਬਦਾਂ ਨੂੰ ਸਮਝ ਵੀ ਨਹੀਂ ਰਹੇ। ਸ਼ਾਇਦ ਮੈਂ ਇਹਨੂੰ ਬਹੁਤ ਚੰਗੇ ਢੰਗ ਦੇ ਨਾਲ ਬਿਆਨ ਨਾ ਕਰ ਸਕਾਂ, ਪਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੋਵੇਗਾ ਤੇ ਤੁਸੀਂ ਇਹਦੇ ਨਾਲ ਰਿਲੇਟ ਕਰ ਪਾਓਗੇ, ਆਪਣੇ ਆਪ ਨੂੰ ਜੋੜ ਪਾਓਗੇ। ਗੱਲ ਇਹ ਹੈ ਕਿ ਜਦ ਅਸੀਂ ਗੁਰੂ ਘਰ ਬੈਠੇ ਹੁੰਦੇ ਹਾਂ, ਪਾਠੀ ਸਿੰਘ ਪਾਠ ਕਰ ਰਿਹਾ ਹੁੰਦਾ ਹੈ, ਅਸੀਂ ਆਪਣੇ ਕੰਨਾਂ ਦੇ ਨਾਲ ਉਸ ਬਾਣੀ ਨੂੰ ਸੁਣ ਰਹੇ ਹੁੰਦੇ ਹਾਂ, ਤਾਂ ਕਿਤੇ ਨਾ ਕਿਤੇ ਉਹ ਬਾਣੀ ਸਾਡੇ ਉੱਪਰੋਂ ਦੀ ਲੰਘ ਰਹੀ ਹੁੰਦੀ ਹੈ। ਭਾਵ ਕਿ ਇੱਕ ਕੰਨ ਦੇ ਵਿੱਚੋਂ ਅਸੀਂ ਸੁਣੀ, ਦੂਜੇ ਚੋਂ ਕੱਢਤੀ। ਇਹ ਗੱਲ, ਇਹ ਭਾਣਾ ਵਾਪਰ ਰਿਹਾ ਹੁੰਦਾ ਹੈ। ਇਹਦਾ ਇੱਕ ਸਬੂਤ ਜੇ ਇਹਨੂੰ ਅਸੀਂ ਟੈਸਟ ਕਰਨਾ ਹੋਵੇ ਤਾਂ ਉਹ ਇਹ ਹੈ ਕਿ ਇੱਕ ਪੰਕਤੀ ਬੋਲੇ ਜਾਣ ਤੋਂ ਬਾਅਦ, ਤੁਰੰਤ ਬਾਅਦ ਜੇਕਰ ਸਾਨੂੰ ਕੋਈ ਪੁੱਛੇ ਕਿ ਕਿਹੜੀ ਪੰਕਤੀ ਬੋਲੀ ਗਈ ਸੀ ਜਾਂ ਉਸ ਪੰਕਤੀ 'ਚ ਕਿਸ ਕਿਸ ਪ੍ਰਕਾਰ ਦੇ ਸ਼ਬਦ ਬੋਲੇ ਗਏ ਸੀ, ਤਾਂ ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ। ਸਾਨੂੰ ਪਤਾ ਨਹੀਂ ਹੁੰਦਾ ਕਿ ਕੀ ਬੋਲਿਆ ਸੀ। ਹਾਲਾਂਕਿ ਜਦ ਬੋਲਿਆ ਜਾ ਰਿਹਾ ਸੀ ਅਸੀਂ ਸੁਣ ਰਹੇ ਸੀ, ਪਰ ਉਦੋਂ ਇੱਕ ਪਲ ਬਾਅਦ ਹੀ ਜਦੋਂ ਸਾਨੂੰ ਪੁੱਛਿਆ ਜਾਂਦਾ ਹੈ ਕਿ ਕੀ ਬੋਲਿਆ ਜਾ ਰਿਹਾ ਸੀ, ਤਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਕੀ ਬੋਲਿਆ ਜਾ ਰਿਹਾ ਸੀ। ਤਾਂ ਉੱਥੇ ਹੋ ਕੀ ਰਿਹਾ ਹੈ ਕਿ ਇੱਕ ਕੰਨ 'ਚੋਂ ਅਸੀਂ ਸੁਣ ਰਹੇ ਹਾਂ, ਦੂਜੇ 'ਚੋਂ ਅਸੀਂ ਕੱਢ ਰਹੇ ਹਾਂ। ਅਸੀਂ ਕੰਨਾਂ ਦੀ ਵਰਤੋਂ ਕਰ ਰਹੇ ਹਾਂ ਉਸ ਬਾਣੀ ਨੂੰ ਸੁਣਨ ਦੇ ਲਈ, ਮਨ ਦੀ ਵਰਤੋਂ ਨਹੀਂ ਕਰ ਰਹੇ। ਜੇਕਰ ਅਸੀਂ ਜਿਵੇਂ ਜਿਵੇਂ ਬਾਣੀ ਪੜ੍ਹੀ ਜਾ ਰਹੀ ਹੈ, ਉਵੇਂ ਉਵੇਂ ਕੰਨਾਂ ਦੇ ਨਾਲ ਸੁਣ ਕੇ ਮਨ ਦੇ ਨਾਲ ਇੱਕ ਪਲ ਦੇ ਲਈ ਵੀ ਅਸੀਂ ਵਿਚਾਰ ਕਰੀਏ। ਕਿਉਂਕਿ ਦੇਖੋ, ਬਾਣੀ ਪੜ੍ਹੀ ਹੀ ਜਾ ਰਹੀ ਹੈ, ਲਗਾਤਾਰ ਪੜ੍ਹੀ ਜਾ ਰਹੀ ਹੈ, ਤਾਂ ਇਹ ਤੇ ਹੋ ਨਹੀਂ ਸਕਦਾ ਕਿ ਅਸੀਂ ਇੱਕ ਪੰਕਤੀ ਨੂੰ ਸੁਣ ਕੇ ਉਹਦੇ ਤੇ ਵਿਚਾਰ ਕਰਨ ਬੈਠ ਜਾਈਏ। ਹਾਂ, ਇੰਨਾ ਅਸੀਂ ਜ਼ਰੂਰ ਕਰ ਸਕਦੇ ਹਾਂ ਕਿ ਮਨ ਦੇ ਨਾਲ ਸੁਣ ਵੀ ਲਿਆ, ਕੰਨਾਂ ਦੇ ਨਾਲ ਸੁਣ ਵੀ ਲਿਆ, ਤੇ ਮਨ ਦੇ ਨਾਲ ਉਹਨੂੰ ਇੱਕ ਵਾਰ ਯਾਦ ਕਰ ਲਿਆ ਕਿ ਹਾਂ ਇਹ ਸ਼ਬਦ ਬੋਲਿਆ ਗਿਆ। ਜਾਂ ਇਹ ਕਹਿ ਲਓ ਕਿ ਫਟਾਫਟ ਆਪਣੇ ਮਨ ਦੇ ਵਿੱਚ ਉਸ ਪੰਕਤੀ ਨੂੰ ਦੁਹਰਾ ਲਿਆ। ਅਜਿਹਾ ਕਰਨ ਨਾਲ ਸਾਡਾ ਜੋ ਮਨ ਹੈ ਉਹ ਬਾਹਰੀ ਸੰਸਾਰ ਚੋਂ ਹਟ ਜਾਂਦਾ ਹੈ। ਨਹੀਂ ਤਾਂ ਅਸੀਂ ਜਦ ਕੰਨਾਂ ਨਾਲ, ਸਿਰਫ ਕੰਨਾਂ ਦੇ ਨਾਲ ਬਾਣੀ ਸੁਣ ਰਹੇ ਹਾਂ, ਤਾਂ ਸਾਡਾ ਮਨ ਕਿਤੇ ਹੋਰ ਫਿਰਦਾ ਹੁੰਦਾ। ਮਨ ਤੇ ਸਾਡੀ ਕੋਈ ਲਗਾਮ ਨਹੀਂ ਹੁੰਦੀ, ਮਨ ਕੁਝ ਹੋਰ ਸੋਚ ਰਿਹਾ ਹੁੰਦਾ ਹੈ। ਤੇ ਇਹੀ ਕਾਰਨ ਹੈ ਕਿ ਜਦ ਇੱਕ ਪਲ ਬਾਅਦ ਸਾਨੂੰ ਕੋਈ ਪੁੱਛੇ ਕਿ ਕੀ ਬੋਲਿਆ ਸੀ, ਤਾਂ ਸਾਨੂੰ ਪਤਾ ਨਹੀਂ ਹੁੰਦਾ। ਤੇ ਉੱਥੇ ਹੀ ਜੇਕਰ ਉਸ ਮਨ ਨੂੰ ਅਸੀਂ ਬਾਹਰੋਂ ਹਟਾ ਕੇ ਉਸ ਪਲ ਦੇ ਵਿੱਚ ਲੈ ਆਈਏ, ਆਪਣੇ ਮਨ ਨਾਲ ਅਸੀਂ ਉਸ ਬਾਣੀ ਨੂੰ ਦੇਖੀਏ ਕਿ ਕੀ ਸੁਣ ਰਹੇ ਹਾਂ ਅਸੀਂ, ਇੱਕ ਪਲ ਦੇ ਲਈ ਅਸੀਂ ਵਿਚਾਰ ਕਰ ਲਈਏ। ਇੱਕ ਸੈਕਿੰਡ ਵੀ ਨਹੀਂ ਮੈਂ ਕਹਿ ਰਿਹਾ, ਇੱਕ ਸਕਿੰਟ ਨਹੀਂ, ਇੱਕ ਪਲ ਕਹਿ ਰਿਹਾ ਹਾਂ। ਸ਼ਾਇਦ ਸਕਿੰਟ ਦਾ ਵੀ ਕੋਈ 100ਵਾਂ ਜਾਂ 1000ਵਾਂ ਹਿੱਸਾ ਲਗਾ ਲਵੋ ਕਿ ਜਿਉਂ ਹੀ ਸ਼ਬਦ ਅਸੀਂ ਕੋਈ ਸੁਣਿਆ, ਆਪਣੇ ਮਨ ਦੇ ਵਿੱਚ ਉਸ ਸ਼ਬਦ ਨੂੰ ਦੁਹਰਾ ਲਿਆ। ਅਜਿਹਾ ਕਰਨ ਨਾਲ ਅਸੀਂ ਉਸ ਪਲ ਦੇ ਵਿੱਚ ਮੌਜੂਦ ਹੁੰਦੇ ਹਾਂ, ਅਸੀਂ ਉਸ ਬਾਣੀ ਦੇ ਨਾਲ ਅਸਲ ਦੇ ਵਿੱਚ ਜੁੜੇ ਹੁੰਦੇ ਹਾਂ। ਅਜਿਹਾ ਜਦੋਂ ਅਸੀਂ ਕਰਦੇ ਰਵਾਂਗੇ ਤਾਂ ਹੌਲੀ ਹੌਲੀ ਸਮਾਂ ਪਾ ਕੇ ਉਹ ਬਾਣੀ ਸਾਡੇ ਮਨ ਦੇ ਅੰਦਰ ਘਰ ਕਰ ਜਾਏਗੀ, ਸਾਡੇ ਮਨ ਨੂੰ ਆਦਤ ਪੈ ਜਾਏਗੀ ਉਸ ਬਾਣੀ ਦੇ ਵਿੱਚ ਜਿਉਣ ਦੀ, ਸੰਸਾਰ ਤੋਂ ਬਾਹਰ ਰਹਿਣ ਦੀ। ਮਨ ਨੂੰ ਵੀ ਇਹ ਗੱਲ ਚੰਗੀ ਲੱਗੇਗੀ, ਕਿਉਂਕਿ ਜੋ ਸੰਸਾਰ ਹੈ ਵਿਖਰੇਵਿਆਂ ਭਰਾ ਹੈ, ਵਿਖਰੇਵਿਆਂ ਦੇ ਨਾਲ ਭਰਪੂਰ ਹੈ। ਸੰਸਾਰਕ
ਚੀਜ਼ਾਂ ਦੇ ਬਾਰੇ ਦੇ ਵਿੱਚ, ਵਰਤਾਰਿਆਂ ਦੇ ਬਾਰੇ 'ਚ ਜਦ ਅਸੀਂ ਸੋਚ ਰਹੇ ਹਾਂ ਤਾਂ ਸਾਡੇ ਮਨ ਨੂੰ ਸ਼ਾਂਤੀ ਨਹੀਂ, ਪਰ ਉੱਥੇ ਹੀ ਇੱਕ ਪਲ ਦੇ ਲਈ ਹੀ ਸਹੀ ਅਸੀਂ ਅੱਧਾ ਘੰਟਾ ਗੁਰੂ ਘਰ ਗੁਜ਼ਾਰਦੇ ਹਾਂ, ਜਾਂ ਘਰ ਦੇ ਵਿੱਚ ਵੀ ਜਦ ਅਸੀਂ ਬਾਣੀ ਪੜ੍ਹਦੇ ਹਾਂ, ਇਹ ਗੱਲ ਉਦੋਂ ਵੀ ਲਾਗੂ ਹੁੰਦੀ ਹੈ। ਉਦੋਂ ਵੀ ਸਿਰਫ ਆਪਣੇ ਮੂੰਹ ਦੇ ਨਾਲ ਅਸੀਂ ਬੋਲੀ ਨਾ ਚੱਲੀਏ, ਮਨ ਦੇ ਨਾਲ ਉਹਨੂੰ ਸਮਝਣ ਦੀ ਵੀ ਕੋਸ਼ਿਸ਼ ਕਰੀਏ ਕਿ ਅਸੀਂ ਬੋਲ ਕੀ ਰਹੇ ਹਾਂ। ਕਿਉਂਕਿ ਅਜਿਹਾ ਉੱਥੇ ਵੀ ਹੁੰਦਾ ਹੈ, ਜਦ ਅਸੀਂ ਪਾਠ ਕਰ ਰਹੇ ਹਾਂ ਤਾਂ ਵੀ ਸਾਡਾ ਮਨ ਕਿਤੇ ਹੋਰ ਹੈ। ਮੂੰਹ ਨਾਲ ਅਸੀਂ ਬੋਲ ਜ਼ਰੂਰ ਰਹੇ ਹੁੰਦੇ ਹਾਂ, ਪਰ ਮਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਹੈ। ਅੱਖਾਂ ਸਾਡੀਆਂ ਗੁਟਕਾ ਸਾਹਿਬ ਦੇ ਉੱਪਰ ਟਿਕੀਆਂ ਜ਼ਰੂਰ ਹੁੰਦੀਆਂ ਨੇ, ਪਰ ਕਿਉਂਕਿ ਲਗਾਤਾਰ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਬਾਣੀ ਸਾਨੂੰ ਚੇਤੇ ਹੋ ਗਈ ਹੁੰਦੀ ਹੈ। ਅੱਖਾਂ ਸਿਰਫ ਅਸੀਂ ਗੁਟਕਾ ਸਾਹਿਬ 'ਤੇ ਟਿਕਾਈਆਂ ਹੁੰਦੀਆਂ ਨੇ, ਅੱਖਾਂ ਦੇ ਨਾਲ ਅਸੀਂ ਅਸਲ ਦੇ ਵਿੱਚ ਵੇਖ ਨਹੀਂ ਰਹੇ ਹੁੰਦੇ। ਮਨ ਸਾਡਾ ਉਦੋਂ ਵੀ ਕਿਤੇ ਬਾਹਰ ਲੱਗਿਆ ਹੁੰਦਾ ਹੈ। ਤਾਂ ਜ਼ਰੂਰੀ ਨਹੀਂ ਕਿ ਤੁਸੀਂ ਸਾਰਾ ਦਿਨ ਹੀ ਬਾਣੀ ਨਾਲ ਜੁੜੇ ਰਹੋ, ਸਾਰਾ ਦਿਨ ਪਾਠ ਕਰਦੇ ਰਹੋ, ਪਰ ਜਦੋਂ ਵੀ ਕਰੋ, ਦਿਨ ਦੇ ਵਿੱਚ ਬੇਸ਼ੱਕ ਉਹ 5 ਮਿੰਟ ਨੇ, ਭਾਵੇਂ 10 ਮਿੰਟ ਨੇ, ਬੇਸ਼ੱਕ 1 ਘੰਟਾ ਹੈ, ਜਦੋਂ ਵੀ ਕਰੋ ਤਾਂ ਪੂਰੀ ਕੌਨਸੈਂਟਰੇਸ਼ਨ ਦੇ ਨਾਲ ਕਰੋ। ਇੱਕ ਇੱਕ ਸ਼ਬਦ ਤੁਹਾਡੇ ਮਨ ਦੇ ਵਿੱਚ ਛਪਣਾ ਚਾਹੀਦਾ ਜਦ ਤੁਸੀਂ ਬਾਣੀ ਪੜ੍ਹ ਰਹੇ ਹੋ ਜਾਂ ਸੁਣ ਰਹੇ ਹੋ। ਇਹੀ ਮੰਤਰ ਹੈ, ਇਹੀ ਉਹ ਮੰਤਰ ਹੈ ਜਿਹੜਾ ਸਾਨੂੰ ਨਿਰਭਉ ਬਣਾਉਂਦਾ ਹੈ, ਨਿਡਰ ਬਣਾਉਂਦਾ, ਜਿਹੜਾ ਸਾਨੂੰ ਇਹਨਾਂ ਵਿਕਾਰਾਂ ਦੇ ਨਾਲ ਲੜਨ ਦੀ ਤਾਕਤ ਬਖਸ਼ਦਾ ਹੈ। ਗੌੜੀ ਮਹਿਲਾ ਪੰਜਵਾਂ। ਉਹ ਅਬਿਨਾਸੀ ਰਾਇਆ, ਨਿਰਭਉ ਸੰਗ ਤੁਮਾਰਾ ਬਸਤੇ, ਇਹ ਡਰਨ ਕਹਾਂ ਤੇ ਆਇਆ ਰਹਾਓ। ਅਬਿਨਾਸੀ ਰਾਇਆ ਉਸ ਪਰਮਾਤਮਾ ਨੂੰ ਕਿਹਾ ਗਿਆ ਹੈ। ਰਾਇਆ ਤੋਂ ਭਾਵ ਰਾਜਾ, ਅਤੇ ਅਬਿਨਾਸੀ ਤੋਂ ਭਾਵ ਜਿਹੜਾ ਕਦੇ ਨਾਸ ਨਹੀਂ ਹੁੰਦਾ, ਕਿ ਉਹ ਪਰਮਾਤਮਾ ਕਦੇ ਵੀ ਨਾ ਨਾਸ ਹੋਣ ਵਾਲਾ ਰਾਜਾ ਹੈ, ਤੇ ਉਹ ਰਾਜਾ ਆਪਣੇ ਜੀਵਾਂ ਦੇ ਸੰਗ ਵਸਦਾ ਹੈ। ਨਿਰਭਉ ਸੰਗ ਤੁਮਾਰੇ ਵਸਤੇ, ਉਹ ਨਿਡਰ ਪਰਮਾਤਮਾ ਤੁਹਾਡੇ ਸੰਗ ਵਸਦਾ ਹੈ। ਇਹ ਡਰਨ ਕਹਾਂ ਤੇ ਆਇਆ। ਤੇ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਫਿਰ ਤੁਹਾਡੇ ਦਿਲਾਂ ਦੇ ਵਿੱਚ ਡਰ ਕਿੱਥੋਂ ਆਉਂਦਾ ਹੈ? ਇਸ ਸਵਾਲ ਦੇ ਜ਼ਰੀਏ ਗੁਰੂ ਜੀ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਨੂੰ ਕਿਸੇ ਵੀ ਪਰਿਸਥਿਤੀ ਦੇ ਵਿੱਚ ਡਰਨਾ ਨਹੀਂ ਚਾਹੀਦਾ। ਉਹ ਨਿਡਰ ਪਰਮਾਤਮਾ ਸਦਾ ਸਾਡੇ ਨਾਲ ਵਸਦਾ ਹੈ, ਤੇ ਸਾਡੇ ਲਈ ਜੋ ਚੰਗਾ ਹੈ ਉਹੀ ਉਹ ਪਰਮਾਤਮਾ ਕਰਦਾ ਹੈ। ਅਸੀਂ ਪਹਿਲਾਂ ਵੀ ਕਈ ਵਾਰ ਇਹ ਗੱਲ ਕੀਤੀ ਹੈ ਕਿ ਪਰਮਾਤਮਾ ਦਾ ਜੋ ਕਨਸੈਪਟ ਹੈ, ਜਾਂ ਬਾਣੀ ਦੇ ਵਿੱਚ ਜੋ ਮੇਨ ਗੱਲ ਚੱਲਦੀ ਹੈ, ਉਹ ਸਾਡੀ ਆਤਮਾ ਨੂੰ, ਸਾਡੇ ਮਨ ਨੂੰ ਲੈ ਕੇ ਚੱਲਦੀ ਹੈ। ਸਰੀਰ ਦਾ ਬਹੁਤਾ ਰੋਲ ਨਹੀਂ। ਸਰੀਰ ਸਾਡੀ ਆਤਮਾ ਦੇ ਰਹਿਣ ਦਾ ਇੱਕ ਵਸੇਰਾ ਹੈ, ਤੇ ਜ਼ਿਆਦਾਤਰ ਜਿਹੜੇ ਕਸ਼ਟ ਹੁੰਦੇ ਨੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਸਰੀਰਕ ਹੁੰਦੇ ਨੇ, ਉਹਨਾਂ ਨੂੰ ਅਸੀਂ ਮਾਨਸਿਕ ਬਣਾ ਲੈਂਦੇ ਹਾਂ। ਮਨ ਦੇ ਉੱਪਰ ਸਰੀਰਕ ਤੌਰ ਤੇ ਕੋਈ ਸੱਟ ਨਹੀਂ ਮਾਰੀ ਜਾ ਸਕਦੀ, ਕਿਉਂਕਿ ਮਨ ਇਨਟੈਂਜੀਬਲ ਚੀਜ਼ ਹੈ। ਮਨ ਨੂੰ ਛੋਹਿਆ ਨਹੀਂ ਜਾ ਸਕਦਾ, ਜਾਂ ਆਤਮਾ ਨੂੰ ਛੋਹਿਆ ਨਹੀਂ ਜਾ ਸਕਦਾ। ਉਹਦੇ ਤੇ ਸਰੀਰਕ ਤੌਰ ਤੇ ਕੋਈ ਸੱਟ ਨਹੀਂ ਮਾਰੀ ਜਾ ਸਕਦੀ। ਉਹਦੇ ਤੇ ਸੱਟ ਅਸੀਂ ਖੁਦ ਆਪਣੀ ਸੋਚ ਨਾਲ ਮਾਰਦੇ ਹਾਂ। ਤੇ ਜੇਕਰ ਸਾਡੀ ਸੋਚ ਹੀ ਇਹ ਹੋਵੇ ਕਿ ਇਸ ਦੁਨੀਆ ਦੇ ਵਿੱਚ ਜੋ ਵੀ ਵਰਤਾਰਾ ਵਾਪਰਦਾ ਹੈ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਵਾਪਰਦਾ ਹੈ, ਉਹਦੀ ਮਰਜ਼ੀ ਦੇ ਨਾਲ ਹੀ ਵਾਪਰਦਾ ਹੈ, ਤਾਂ ਸਾਡੀ ਆਤਮਾ ਦੇ ਉੱਪਰ, ਸਾਡੇ ਮਨ ਦੇ ਉੱਪਰ ਕਦੇ ਵੀ ਕੋਈ ਚੋਟ ਨਹੀਂ ਵੱਜੇਗੀ। ਦੂਜਾ ਇਨਸਾਨ ਸਾਡੇ ਮਨ ਤੇ ਚੋਟ ਨਹੀਂ ਮਾਰ ਸਕਦਾ ਜਦ ਤੱਕ ਅਸੀਂ ਖੁਦ ਨਹੀਂ ਮਾਰਦੇ। ਆਪਣੇ ਮਨ ਤੇ, ਆਪਣੀ ਆਤਮਾ ਤੇ ਚੋਟ ਅਸੀਂ ਜਦੋਂ ਵੀ ਮਾਰਦੇ ਹਾਂ, ਖੁਦ ਹੀ ਮਾਰਦੇ ਹਾਂ। ਸਾਡੀਆਂ ਹੀ ਸੋਚਾਂ ਹੁੰਦੀਆਂ ਨੇ। ਕਹਿਣ ਵਾਲਾ ਕੁਝ ਕਹਿ ਕੇ ਚਲਾ ਜਾਂਦਾ ਹੈ, ਉਸ ਤੋਂ ਬਾਅਦ ਉਹਦੇ ਕਹੇ ਤੇ ਜੋ ਅਸੀਂ ਸੋਚਦੇ ਹਾਂ ਉਹਦੇ ਨਾਲ ਸਾਡੇ ਮਨ ਤੇ ਸੱਟ ਵੱਜਦੀ ਹੈ। ਤਾਂ ਫਿਰ ਸਾਨੂੰ ਚਾਹੀਦਾ ਨਹੀਂ ਕਿ ਅਸੀਂ ਆਪਣੀ ਸੋਚ ਨੂੰ ਬਦਲੀਏ। ਕਹਿਣ ਵਾਲਾ ਜੋ ਕਹਿ ਕੇ ਗਿਆ ਹੈ ਉਹਦੇ ਤੇ ਅਜਿਹਾ ਸੋਚੀਏ ਜਿਹਦੇ ਨਾਲ ਸਾਡੇ ਮਨ ਤੇ ਚੋਟ ਨਾ ਵੱਜੇ। ਤੇ ਸੇਮ ਚੀਜ਼ ਸਰੀਰ ਤੇ ਆ ਜਾਂਦੀ ਹੈ। ਅਸੀਂ ਸਰੀਰਕ ਕਸ਼ਟਾਂ ਨੂੰ ਵੇਖਦੇ ਹਾਂ ਤਾਂ ਉਸ ਪਰਮਾਤਮਾ ਤੇ ਸ਼ੱਕ ਕਰਨ ਲੱਗਦੇ ਹਾਂ ਕਿ ਮੈਨੂੰ ਇਹ ਕਸ਼ਟ ਕਿਉਂ ਦਿੱਤਾ ਹੈ, ਮੈਂ ਅਜਿਹਾ ਕਿਹੜਾ ਪਾਪ ਕੀਤਾ ਸੀ। ਤਾਂ ਉੱਥੇ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ
ਕਿ ਪ੍ਰਮਾਤਮਾ ਦਾ ਸੰਬੰਧ ਸਾਡੀ ਆਤਮਾ ਨਾਲ ਹੈ, ਸਰੀਰ ਨਾਲ ਨਹੀਂ। ਸਰੀਰ ਸਿਰਫ ਇੱਕ ਕਠਪੁਤਲੀ ਹੈ। ਸਰੀਰ ਉਸ ਆਤਮਾ ਦੇ ਨਿਵਾਸ ਦਾ ਇੱਕ ਜ਼ਰੀਆ ਹੈ ਤੇ ਪ੍ਰਮਾਤਮਾ ਸਾਡੀ ਆਤਮਾ ਨੂੰ ਕਦੇ ਨੁਕਸਾਨ ਨਹੀਂ ਪਹੁੰਚਾਉਂਦਾ। ਜੋ ਘਟਨਾਵਾਂ, ਜੋ ਵਰਤਾਰੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵਾਪਰਦੇ ਹੈ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਸਾਡੇ ਸਰੀਰ 'ਤੇ ਹੀ ਚੋਟਾਂ ਪੈਂਦੀਆਂ ਨੇ ਅਤੇ ਉਹਨਾਂ ਚੋਟਾਂ ਨੂੰ ਅਸੀਂ ਆਪਣੇ ਮਨ 'ਤੇ ਜਾਂ ਆਪਣੀ ਆਤਮਾ 'ਤੇ ਆਪਣੀ ਸੋਚ ਨਾਲ ਮਾਰਦੇ ਹਾਂ। ਸੋ ਆਪਣੀ ਸੋਚ ਦੇ ਵਿੱਚ ਇਸ ਗੱਲ ਦਾ ਨਿਸ਼ਚਾ ਕਰੀਏ ਕਿ ਜੋ ਕੁਝ ਵਾਪਰਦਾ ਹੈ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਵਾਪਰਦਾ ਹੈ, ਤਾਂ ਫਿਰ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿ ਜਾਣਾ। ਨਿਰਭਉ ਸੰਗ ਤੁਮਾਰੇ ਵਸਤੇ, ਇਹ ਡਰਨ ਕਹਾਂ ਤੇ ਆਇਆ। ਏਕ ਮਹਿਲ ਤੂੰ ਹੋਏ ਅਫਾਰੋ, ਏਕ ਮਹਿਲ ਨਿਮਾਨੋ। ਅਫਾਰੋ ਤੋਂ ਭਾਵ ਹੰਕਾਰੀ, ਕਿ ਹੇ ਪਰਮਾਤਮਾ, ਇੱਕ ਸਰੀਰ ਦੇ ਵਿੱਚ, ਮਹਿਲ ਤੋਂ ਭਾਵ ਸਰੀਰ, ਇੱਕ ਸਰੀਰ ਦੇ ਵਿੱਚ ਤੂੰ ਹੰਕਾਰੀ ਹੋ ਕੇ ਵਸਦਾ ਹੈ, ਦੂਜੇ ਸਰੀਰ ਦੇ ਵਿੱਚ ਤੂੰ ਨਿਮਾਣਾ ਹੋ ਕੇ ਵਸਦਾ ਹੈ। ਗੱਲ ਉੱਥੇ ਹੀ ਹੈ। ਗੱਲ ਉਹੀ ਹੈ ਕਿ ਜੋ ਸਰੀਰ ਹੈ ਉਹ ਪਰਮਾਤਮਾ ਦੇ ਲਈ ਮਹੱਤਵ ਨਹੀਂ ਰੱਖਦਾ, ਆਤਮਾ ਰੱਖਦੀ ਹੈ। ਆਤਮਾ ਸੇਮ ਹੈ, ਪਰਮਾਤਮਾ ਸੇਮ ਹੈ। ਇੱਕ ਸਰੀਰ ਨੂੰ ਉਹ ਹੰਕਾਰੀ ਬਣਾ ਦਿੰਦਾ ਹੈ, ਦੂਸਰੇ ਨੂੰ ਨਿਮਾਣਾ ਬਣਾ ਦਿੰਦਾ ਹੈ। ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਨੂ। ਇੱਕ ਸਰੀਰ ਦੇ ਵਿੱਚ ਤੂੰ ਹੀ ਸਭ ਕਾਸੇ ਦਾ ਮਾਲਕ ਹੈ, ਭਾਵ ਕਿ ਉਹਦੇ ਕੋਲ ਬੇਅੰਤ ਬੇਸ਼ੁਮਾਰ ਦੁਨਿਆਵੀ ਧਨ ਦੌਲਤ ਹੈ, ਤੇ ਦੂਜੇ ਸਰੀਰ ਦੇ ਵਿੱਚ ਉੱਥੇ ਵੀ ਤੂੰ ਹੀ ਵਸ ਰਿਹਾ ਹੈ, ਪਰ ਉਹ ਗਰੀਬ ਹੈ, ਕੰਗਾਲ ਹੈ। ਏਕ ਮਹਿਲ ਤੂੰ ਪੰਡਤ ਬਖਤਾ, ਏਕ ਮਹਿਲ ਖਲ ਹੋਤਾ। ਇੱਕ ਸਰੀਰ ਐਸਾ ਹੈ ਜਿਹਦੇ ਵਿੱਚ ਤੂੰ ਮੌਜੂਦ ਹੈ, ਪਰ ਉਹ ਸਰੀਰ ਪੰਡਤ ਹੈ, ਵਿਦਵਾਨ ਹੈ, ਤੇ ਦੂਜਾ ਖਲ ਹੈ, ਭਾਵ ਕਿ ਮੂਰਖ ਹੈ। ਏਕ ਮਹਿਲ ਤੂੰ ਸਭ ਕਿਛ ਗ੍ਰਾਹਜ, ਏਕ ਮਹਿਲ ਕਛ ਨਾ ਲੇਤਾ। ਇੱਕ ਸਰੀਰ ਪਾਸੋਂ ਤੂੰ ਸਭ ਕੁਝ ਲੈ ਲੈਂਦਾ ਹੈ, ਸਭ ਕੁਝ ਹੀ ਖੋਹ ਲੈਂਦਾ ਹੈ। ਹੁੰਦਾ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਵੀ ਹੁੰਦਾ। ਆਪਣੇ ਆਸ-ਪਾਸ ਅਸੀਂ ਝਾਤੀ ਮਾਰੀਏ ਤਾਂ ਸਾਨੂੰ ਕਈ ਵਾਰ ਅਜਿਹੀਆਂ ਉਦਾਹਰਨਾਂ ਮਿਲ ਜਾਂਦੀਆਂ ਨੇ ਜਿਨ੍ਹਾਂ ਦਾ ਸਭ ਕੁਝ ਹੀ ਖੁੱਸ ਜਾਂਦਾ ਹੈ, ਅਤੇ ਇਹ ਗੱਲ ਉਹਨਾਂ 'ਤੇ ਹੀ ਲਾਗੂ ਹੁੰਦੀ ਹੈ ਕਿ ਏਕ ਮਹਿਲ ਤੂੰ ਸਭ ਕਿਛ ਗ੍ਰਾਹਜ, ਕਿ ਇੱਕ ਸਰੀਰ ਪਾਸੋਂ ਤੂੰ ਸਭ ਕੁਝ ਖੋਹ ਲੈਂਦਾ ਹੈ, ਏਕ ਮਹਿਲ ਕਛ ਨਾ ਲੇਤਾ, ਤੇ ਇੱਕ ਪਾਸੋਂ ਤੂੰ ਕੁਝ ਵੀ ਨਹੀਂ ਲੈਂਦਾ। ਕਾਠ ਕੀ ਪੁੱਤਰੀ ਕਹਾ ਕਰੈ ਬਾਪੁਰੀ, ਖਿਲਾਵਨ ਹਾਰੋ ਜਾਨੈ। ਬਾਪੁਰੀ ਤੋਂ ਭਾਵ ਵਿਚਾਰੀ, ਕਿ ਜੋ ਮਨੁੱਖੀ ਸਰੀਰ ਹੈ ਇਹ ਵਿਚਾਰੀ ਕਾਠ ਦੀ ਇੱਕ ਪੁਤਲੀ ਹੈ। ਇਹਨੂੰ ਖਿਡਾਉਣ ਵਾਲਾ ਹੀ ਜਾਣਦਾ ਹੈ ਕਿ ਇਹਨੂੰ ਕਿਵੇਂ ਖਿਡਾਉਣਾ ਹੈ। ਇਹਦਾ ਖੁਦ ਦਾ ਵੱਸ ਨਹੀਂ ਕਿ ਇਹ ਕੀ ਕਰੇ ਕੀ ਨਾ ਕਰੇ। ਜੈਸਾ ਭੇਖ ਕਰਾਵੈ ਬਾਜੀਗਰ, ਉਹ ਤੈਸੋ ਹੀ ਸਜ ਆਨੈ। ਪਰਮਾਤਮਾ ਇੱਕ ਬਾਜੀਗਰ ਸਵਰੂਪ ਹੈ। ਉਹ ਜਿਵੇਂ ਦਾ ਵੀ ਸਾਂਗ ਰਚਾਉਂਦਾ ਹੈ, ਜੀਵ ਨੂੰ ਉਹੋ ਜਿਹਾ ਹੀ ਸਾਂਗ ਰਚਾਉਣਾ ਪੈਂਦਾ ਹੈ। ਅਨਿਕ ਕੋਠਰੀ ਬਹੁਤ ਭਾਤ ਕਰੀਆ, ਆਪ ਹੋਆ ਰਖਵਾਰਾ। ਕਿ ਪਰਮਾਤਮਾ ਨੇ ਅਨੇਕਾਂ ਪ੍ਰਕਾਰ ਦੀਆਂ ਕਠਪੁਤਲੀਆਂ ਬਣਾਈਆਂ ਨੇ, ਕੋਠਰੀਆਂ ਬਣਾਈਆਂ ਨੇ, ਬਹੁਤ ਭਾਤ ਦੇ ਜੀਵ ਰਚੇ ਨੇ, ਤੇ ਸਾਰਿਆਂ ਦਾ ਰਖਵਾਲਾ ਉਹ ਆਪ ਬਣਿਆ ਹੈ। ਜੈਸੇ ਮਹਿਲ ਰਾਖੈ ਤੈਸੇ ਰਹਿਣਾ, ਕਿਆ ਇਹ ਕਰੇ ਵਿਚਾਰਾ। ਕਿ ਜੋ ਜੀਵ ਹੈ ਉਸ ਵਿਚਾਰੇ ਦੇ ਹੱਥ ਵੱਸ ਕੀ ਹੈ। ਜਿਹੜੇ ਮਹਿਲ ਦੇ ਵਿੱਚ, ਜਿਹੜੇ ਸਰੀਰ ਦੇ ਵਿੱਚ ਉਹ ਪਰਮਾਤਮਾ ਉਸ ਜੀਵ ਆਤਮਾ ਨੂੰ ਰੱਖਣਾ ਚਾਹੁੰਦਾ ਹੈ, ਉਸੇ ਸਰੀਰ ਦੇ ਵਿੱਚ ਹੀ ਉਸ ਜੀਵ ਆਤਮਾ ਨੂੰ ਰਹਿਣਾ ਪੈਂਦਾ ਹੈ। ਇਨਸਾਨ ਦੇ ਜਾਂ ਹੋਰ ਕਿਸੇ ਵੀ ਜੀਵ ਦੇ ਵੱਸ 'ਚ ਨਹੀਂ ਇਹ ਗੱਲ ਕਿ ਜਦ ਉਹਨੇ ਇਹ ਸਰੀਰ ਛੱਡਣਾ ਹੈ ਉਸ ਤੋਂ ਬਾਅਦ ਕਿਸ ਸਰੀਰ ਦੇ ਵਿੱਚ ਪ੍ਰਵੇਸ਼ ਕਰਨਾ ਹੈ। ਇਹ ਉਸ ਪਰਮਾਤਮਾ ਦੇ ਹੱਥ ਹੈ। ਇਹ ਸਭ ਕੁਝ ਹੁੰਦਾ ਵੀ ਹੈ ਜਾਂ ਨਹੀਂ, ਇਹਦਾ ਭੇਤ ਵੀ ਉਹ ਪਰਮਾਤਮਾ ਹੀ ਜਾਣਦਾ ਹੈ। ਜਿਨ ਕਿਛ ਕੀਆ ਸੋਈ ਜਾਣੈ, ਜਿਨ ਇਹ ਸਭ ਵਿਦ ਸਾਜੀ। ਜਿਹਨੇ ਇਹ ਸਾਰੀ ਵਿਧੀ ਸਾਜੀ ਹੈ, ਇਹਦਾ ਭੇਤ ਉਹ ਪਰਮਾਤਮਾ ਆਪ ਹੀ ਜਾਣਦਾ ਹੈ। ਅਸੀਂ ਇਹਨੂੰ ਬੁੱਝ ਨਹੀਂ ਸਕਦੇ। ਕਹੋ ਨਾਨਕ ਅਪਰੰਪਰ ਸੁਆਮੀ,
ਕੀਮਤ ਆਪਣੇ ਕਾਜੀ। ਕਿ ਹੇ ਨਾਨਕ, ਇਹ ਆਖ ਕਿ ਉਹ ਮਾਲਕ ਪਰਮਾਤਮਾ ਅਪਰੰਪਾਰ ਹੈ। ਉਹ ਆਪਣੇ ਕਾਜ ਦੀ ਕੀਮਤ ਖੁਦ ਲਗਾਉਂਦਾ ਹੈ। ਸਾਡੀ ਕੋਈ ਜ਼ਰੂਰਤ ਨਹੀਂ ਕਿ ਅਸੀਂ ਉਸ ਪਰਮਾਤਮਾ ਦੇ ਕਾਜਾਂ ਦੀ ਕੀਮਤ ਲਗਾ ਸਕੀਏ। ਗੌੜੀ ਮਹਿਲਾ ਪੰਜਵਾਂ। ਛੋੜ ਛੋੜ ਰੇ ਬਿਖਿਆ ਕੇ ਰਸੂਆ, ਉਰਜ ਰਹਿਓ ਰੇ ਬਾਵਰ ਗਾਵਰ, ਜੋ ਕਿਰਖੈ ਹਰਿਆਇਓ ਪਸੂਆ। ਰਹਾਓ। ਕਿ ਹੇ ਭਾਈ, ਮਾਇਆ ਦੇ ਚਸਕੇ ਛੱਡ ਦੇ। ਤੂੰ ਇਹਨਾਂ ਚਸਕਿਆਂ ਦੇ ਵਿੱਚ ਇਸ ਤਰ੍ਹਾਂ ਮਸਤ ਹੋ ਰਿਹਾ ਹੈ। ਉਰਜ ਰਹਿਓ ਰੇ ਬਾਵਰ ਗਾਵਰ। ਬਾਵਰ ਤੋਂ ਭਾਵ ਬਾਵਰਾ ਕਮਲਾ ਅਤੇ ਗਾਵਰ ਤੋਂ ਭਾਵ ਗਵਾਰ। ਕਿ ਹੇ ਕਮਲੇ ਗਵਾਰ, ਤੂੰ ਇਹਨਾਂ ਮਾਇਆ ਦੇ ਚਸਕਿਆਂ ਦੇ ਵਿੱਚ ਇਸ ਤਰ੍ਹਾਂ ਮਸਤ ਹੋ ਰਿਹਾ ਹੈ, ਜੋ ਕਿਰਖੈ ਹਰਿਆਇਓ ਪਸੂਆ। ਕਿ ਜਿਵੇਂ ਹਰਾ ਖੇਤ ਵੇਖ ਕੇ ਪਸ਼ੂ ਮਸਤ ਹੋਇਆ ਰਹਿੰਦਾ ਹੈ। ਜੋ ਜਾਣੈ ਤੂੰ ਆਪਣੇ ਕਾਜੈ, ਸੋ ਸੰਗ ਨਾ ਚਾਲੈ ਤੇਰਾ ਤਸੂਆ। ਤਸੂਆ ਤੋਂ ਭਾਵ ਰੱਤੀ ਭਰ ਵੀ। ਕਿ ਜਿਨ੍ਹਾਂ ਨੂੰ ਤੂੰ ਆਪਣੇ ਕਾਰਜ ਸਮਝਦਾ ਹੈ। ਜੋ ਜਾਣੈ ਤੂੰ ਆਪਣੇ ਕਾਜੈ। ਕਿ ਜਿਹੜੇ ਕਾਰਜਾਂ ਨੂੰ ਜਾਂ ਜਿਹੜੀਆਂ ਮਲਕੀਅਤਾਂ ਨੂੰ ਤੂੰ ਆਪਣੀਆਂ ਸਮਝਦਾ ਹੈ, ਉਹ ਅੰਤ ਵੇਲੇ ਰੱਤੀ ਭਰ ਵੀ ਤੇਰੇ ਨਾਲ ਨਹੀਂ ਜਾਣੀਆਂ। ਨਾਗੋ ਆਇਓ ਨਾਗ ਸਦਾਸੀ, ਫੇਰ ਫਿਰਿਓ ਅਰਕਾਲ ਗਰਸੂਆ। ਕਿ ਤੂੰ ਨੰਗਾ ਹੀ ਜਗਤ ਦੇ ਵਿੱਚ ਆਇਆ ਸੀ ਤੇ ਨੰਗੇ ਨੇ ਹੀ ਇਸ ਜਗਤ ਦੇ ਵਿੱਚੋਂ ਜਾਣਾ ਹੈ। ਵਿਅਰਥ ਦੇ ਵਿੱਚ ਹੀ ਜੂਨਾਂ ਦੇ ਵਿੱਚ ਭਟਕਦਾ ਫਿਰਦਾ ਹੈ। ਆਤਮਕ ਮੌਤ ਨੇ ਤੈਨੂੰ ਗਰਸਿਆ ਹੋਇਆ ਹੈ। ਪੇਖ ਪੇਖ ਰੇ ਕਸੁੰਭ ਕੀ ਲੀਲਾ, ਰਾਚ ਮਾਚ ਤਿਨਹੂ ਲਓ ਹਸੂਆ। ਕਸੁੰਭ ਇੱਕ ਫੁੱਲ ਹੈ ਜਿਸ ਦਾ ਰੰਗ ਗੂੜਾ ਹੁੰਦਾ ਹੈ, ਪਰ 2-3 ਦਿਨਾਂ ਵਿੱਚ ਹੀ ਉਸ ਦਾ ਰੰਗ ਫਿੱਕਾ ਪੈ ਜਾਂਦਾ ਹੈ ਤੇ ਉਹ ਫੁੱਲ ਝੜ ਜਾਂਦਾ ਹੈ। ਤੇ ਮੇਰਾ ਖਿਆਲ ਹੈ ਕਿ ਇਹ ਗੱਲ ਲਗਭਗ ਸਾਰੇ ਹੀ ਫੁੱਲਾਂ 'ਤੇ ਲਾਗੂ ਹੁੰਦੀ ਹੈ। ਗੁਰੂ ਜੀ ਕਹਿੰਦੇ ਕਿ ਤੂੰ ਇਹ ਕਸੁੰਭ ਦੀ ਲੀਲਾ ਦੇਖ ਦੇਖ ਕੇ ਖੁਸ਼ ਹੋ ਰਿਹਾ ਹੈ, ਇਹਦੇ ਵਿੱਚ ਰਚ ਮਿਚ ਰਿਹਾ ਹੈ। ਮਾਇਆ ਦੀ ਖੇਡ ਦੇਖ ਦੇਖ ਕੇ ਤੂੰ ਹੱਸਦਾ ਰਹਿੰਦਾ ਹੈ, ਖੁਸ਼ ਹੁੰਦਾ ਰਹਿੰਦਾ ਹੈ। ਪਰ ਇਹ ਗੱਲ ਭੁੱਲ ਜਾਂਦਾ ਹੈ ਕਿ ਸ਼ੀਜਤ ਡੋਰ ਦਿਨਸ ਅਰ ਰੈਣੀ, ਜੀ ਕੋ ਕਾਜ ਨਾ ਕੀਨੋ ਕਛੂਆ। ਕਿ ਤੇਰੀ ਉਮਰ ਦੀ ਜੋ ਡੋਰ ਹੈ ਉਹ ਦਿਨ ਰਾਤ ਘਸ ਰਹੀ ਹੈ, ਛਿੱਜ ਰਹੀ ਹੈ, ਕਮਜ਼ੋਰ ਹੋ ਰਹੀ ਹੈ। ਤੇ ਇਹ ਮਾਇਕ ਕੰਮ ਜਿਹੜੇ ਤੂੰ ਕਰ ਰਿਹਾ ਹੈ, ਇਹ ਤੇਰੀ ਜਿੰਦ ਦੇ ਜਮਾ ਵੀ ਕੰਮ ਨਹੀਂ ਆਉਣੇ। ਸਾਡੇ ਸਰੀਰ ਦੇ ਕੰਮ ਹੋ ਸਕਦਾ ਆ ਜਾਣ, ਜੋ ਅਸੀਂ ਪੈਸਾ ਕਮਾਉਂਦੇ ਹਾਂ, ਉਹ ਹੋ ਸਕਦਾ ਹੈ ਵਕਤ ਆਉਣ 'ਤੇ ਸਾਡੇ ਸਰੀਰ ਦੀ ਕਿਸੇ ਬਿਮਾਰੀ ਨੂੰ ਠੀਕ ਕਰਨ ਦੇ ਵਿੱਚ ਸਾਡਾ ਸਹਾਈ ਹੋ ਜਾਵੇ। ਪਰ ਜੋ ਸਾਡੇ ਅੰਦਰ ਜਿੰਦ ਹੈ, ਆਤਮਾ ਹੈ, ਪ੍ਰਾਣ ਹਨ, ਉਹਨਾਂ ਵਾਸਤੇ ਕੋਈ ਦਵਾਈ ਨਹੀਂ ਬਣੀ। ਉਹਦੇ ਲਈ ਇਹ ਕੰਮ ਨਹੀਂ ਆਉਂਦੇ। ਉਹਨੇ ਜਦ ਇਸ ਸਰੀਰ ਨੂੰ ਛੱਡਣਾ ਹੈ ਤੇ ਛੱਡ ਹੀ ਜਾਣਾ ਹੈ। ਤੇ ਇਸੇ ਲਈ ਹੀ ਬਾਰ-ਬਾਰ ਗੁਰਬਾਣੀ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਦੁਨਿਆਵੀ ਜੋ ਕਾਰਜ ਅਸੀਂ ਕਰਦੇ ਹਾਂ, ਅੰਤ ਵੇਲੇ ਸਾਡੇ ਕੰਮ ਨਹੀਂ ਆਉਂਦੇ। ਉਹ ਜੋ ਜਿੰਦ ਹੈ ਕਿੰਨੀ ਕੁ ਸੌਖੀ ਨਿਕਲ ਜਾਂਦੀ ਹੈ ਸਾਡੇ ਸਰੀਰ ਦੇ ਵਿੱਚੋਂ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਸ ਜਿੰਦ ਨੂੰ ਅਸੀਂ ਜੀਵਨ ਭਰ ਕੀ ਦਿੱਤਾ ਹੈ। ਆਪਣੇ ਸਰੀਰ ਦੇ ਲਈ, ਸਰੀਰ ਦੇ ਚਸਕਿਆਂ ਦੇ ਲਈ ਅਸੀਂ ਬਹੁਤ ਕੁਝ ਕਰਦੇ ਹਾਂ, ਪਰ ਉਸ ਜਿੰਦ ਨੂੰ ਨਿਡਰ ਬਣਾਉਣ ਦੇ ਲਈ, ਉਸ ਆਤਮਾ ਨੂੰ ਨਿਰਭਉ ਬਣਾਉਣ ਦੇ ਲਈ ਅਸੀਂ ਕੀ ਕਰਦੇ ਹਾਂ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅੰਤ ਵੇਲੇ ਸਾਡੀ ਮਾਨਸਿਕ ਹਾਲਤ ਕੈਸੀ ਹੋਵੇਗੀ। ਕਰਤ ਕਰਤ ਇਵਹੀ ਬਿਰਦਾਨੋ, ਹਾਰਿਓ ਉਕਤੇ ਤਨ ਖੀ ਨਸੂਆ। ਕਿ ਇਸੇ ਪ੍ਰਕਾਰ ਹੀ ਦੁਨਿਆਵੀ ਕਾਰਜ ਕਰਦਾ ਕਰਦਾ ਤੂੰ ਬੁੱਢਾ ਹੋ ਜਾਂਦਾ ਹੈ, ਅਕਲ ਕੰਮ ਕਰਨੋਂ ਹਟ ਜਾਂਦੀ ਹੈ। ਹਾਰਿਓ ਉਕਤੇ, ਉਕਤੇ ਤੋਂ ਭਾਵ ਅਕਲ, ਅਕਲ ਹਾਰ ਜਾਂਦੀ ਹੈ ਤੇ ਤਨ ਖੀਨ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ। ਜੋ ਮੋਹਿਓ ਉਨਮੋਹਨੀ ਬਾਲਾ, ਉਸ ਤੇ ਘਟੈ ਨਾਹੀ ਰੁਚ ਚਸੂਆ। ਕਿ ਜਵਾਨੀ ਪਹਿਰੇ ਮਾਇਆ ਨੇ ਜਿਸ ਪ੍ਰਕਾਰ ਤੈਨੂੰ ਮੋਹਿਆ ਸੀ, ਉਹ ਜੋ ਮੋਹ ਸੀ ਉਹ ਨਹੀਂ ਘਟਦਾ। ਉਹ ਜੋ ਤੇਰੀ ਮਾਇਆ ਦੇ ਵਿੱਚ ਪ੍ਰੀਤ ਸੀ, ਰੁਚੀ ਸੀ,
ਉਹ ਉਸ ਵਕਤ ਵੀ ਜਿਉਂ ਦੀ ਤਿਉਂ ਰਹਿੰਦੀ ਹੈ। ਹਾਲਾਂਕਿ ਤੇਰੀ ਅਕਲ ਜਵਾਬ ਦੇ ਜਾਂਦੀ ਹੈ, ਤੇਰਾ ਸਰੀਰ ਜਵਾਬ ਦੇ ਜਾਂਦਾ ਹੈ। ਜਗ ਐਸਾ ਮੋਹੇ ਗੁਰੇ ਦਿਖਾਇਓ, ਤੋ ਸਰਨ ਪਰਿਓ ਤਜ ਗਰ ਬਸੂਆ। ਇਹ ਜਗਤ ਅਜਿਹਾ ਹੈ। ਜੋ ਉੱਪਰਲੀਆਂ ਪੰਕਤੀਆਂ ਇਸ ਸ਼ਬਦ ਦੀਆਂ ਦੇ ਵਿੱਚ ਗੁਰੂ ਜੀ ਨੇ ਬਿਆਨ ਕੀਤਾ ਹੈ, ਗੁਰੂ ਜੀ ਕਹਿੰਦੇ ਕਿ ਮੈਨੂੰ ਇਹ ਚੀਜ਼ ਮੇਰੇ ਗੁਰੂ ਨੇ ਦਿਖਾਈ ਹੈ ਕਿ ਇਹ ਜਗਤ ਜੋ ਹੈ ਇਹੋ ਜਿਹਾ ਹੈ। ਜਦ ਮੈਨੂੰ ਇਹ ਗੱਲ ਗੁਰੂ ਨੇ ਸਮਝਾ ਦਿੱਤੀ ਤਾਂ ਮੈਂ ਜਗਤ ਦਾ ਮੋਹ ਛੱਡ ਕੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਪਿਆ। ਮਾਰਗ ਪ੍ਰਭ ਕੋ ਸੰਤ ਬਤਾਇਓ, ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ। ਉਸ ਪਰਮਾਤਮਾ ਨੂੰ ਮਿਲਣ ਦਾ ਰਸਤਾ ਮੈਨੂੰ ਗੁਰੂ ਨੇ ਦਿਖਾ ਦਿੱਤਾ ਤੇ ਉਹ ਰਸਤਾ ਪਤਾ ਲੱਗਦੇ ਸਾਰ ਹੀ ਨਾਨਕ ਨੇ ਆਪਣੇ ਹਿਰਦੇ ਦੇ ਵਿੱਚ ਇਹ ਨਿਸ਼ਚਾ ਦ੍ਰਿੜ ਕਰ ਲਿਆ ਕਿ ਉਹਨੇ ਹੁਣ ਸਿਰਫ ਉਸ ਪਰਮਾਤਮਾ ਦੀ ਭਗਤੀ ਕਰਨੀ ਹੈ ਤੇ ਉਹਦਾ ਜਸ ਗਾਉਣਾ ਹੈ, ਉਹਦੀ ਸਿਫਤ ਸਲਾਹ ਕਰਨੀ ਹੈ। ਤੇ ਇਸ ਦਾ ਨਤੀਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਮੌਜੂਦ ਹੈ। ਪੂਰੀ ਬਾਣੀ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਹੀ ਲਿਖੀ ਗਈ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 206ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਬੜੇ ਹੀ ਵਧੀਆ ਢੰਗ ਦੇ ਨਾਲ ਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਕਿਸ ਪ੍ਰਕਾਰ ਇਹ ਪੰਜ ਵਿਕਾਰ ਜੋ ਨੇ ਸਾਨੂੰ ਤੰਗ ਕਰਦੇ ਨੇ, ਸਾਨੂੰ ਸਤਾਉਂਦੇ ਨੇ, ਤੇ ਉਹਨਾਂ ਨਾਲ ਨਜਿੱਠਣ ਦਾ ਰਸਤਾ ਵੀ ਸਾਨੂੰ ਦੱਸਿਆ ਹੈ ਕਿ ਗੁਰੂ ਦੀ ਬਾਣੀ ਦੇ ਨਾਲ ਜੁੜੀਏ। ਉਮੀਦ ਕਰਦੇ ਹਾਂ ਇਹ ਗੱਲ ਤੁਹਾਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਦੇ ਵਿੱਚ ਆ ਗਈ ਹੋਏਗੀ ਤੇ ਅੱਗੇ ਤੋਂ ਬਾਣੀ ਪੜ੍ਹਦੇ ਹੋਏ ਵੀ ਤੇ ਸੁਣਦੇ ਹੋਏ ਵੀ ਤੁਸੀਂ ਇਸ ਸੰਦੇਸ਼ ਦੀ ਪਾਲਣਾ ਕਰੋਗੇ ਕਿ ਬਾਣੀ ਸਿਰਫ ਮੂੰਹ ਨਾਲ ਪੜ੍ਹਨੀ ਨਹੀਂ ਜਾਂ ਸਿਰਫ ਕੰਨਾਂ ਦੇ ਨਾਲ ਸੁਣਨੀ ਨਹੀਂ, ਬਲਕਿ ਮਨ ਦੇ ਨਾਲ ਗ੍ਰਹਿਣ ਵੀ ਕਰਨੀ ਹੈ। ਇਸ ਚੈਨਲ ਦੇ ਨਾਲ ਤੇ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਇਸੇ ਤਰ੍ਹਾਂ ਹੀ ਬਣੇ ਰਹੋ ਤੇ ਅੱਗੇ ਆਪਾਂ ਇਸ ਕਾਰਜ ਨੂੰ ਤਾਂ ਜਾਰੀ ਰੱਖਣਾ ਹੀ ਹੈ ਤੇ ਨਾਲ ਨਾਲ ਸਿੱਖ ਇਤਿਹਾਸ ਦੇ ਬਾਰੇ ਵੀ ਥੋੜ੍ਹੀ ਝਾਤੀ ਪਾਵਾਂਗੇ। ਪਰਮਾਤਮਾ ਬਲ ਬਖਸ਼ੇ, ਸਮਾਂ ਬਖਸ਼ੇ, ਸਮੱਤ ਬਖਸ਼ੇ ਕਿ ਅਸੀਂ ਇਸ ਕਾਰਜ ਨੂੰ ਪੂਰੇ ਦ੍ਰਿੜ ਨਿਸ਼ਚੇ ਦੇ ਨਾਲ ਨਿਭਾ ਸਕੀਏ ਤੇ ਤੁਹਾਡੀਆਂ ਉਮੀਦਾਂ ਦੇ ਉੱਪਰ ਖਰੇ ਉਤਰ ਸਕੀਏ। ਵੀਡੀਓ ਨੂੰ ਅੰਤ ਤੱਕ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।